ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਗੌਰੀ ਸ਼ੰਕਰ ਮੰਦਿਰ ਨੂੰ ਬਣਾਇਆ ਨਿਸ਼ਾਨਾ। ਮੰਦਿਰ ਦੀਆਂ ਕੰਧਾਂ ਤੇ ਲਿਖੇ ਖਾਲਿਸਤਾਨੀ ਨਾਅਰੇ। ਭਾਰਤ ਨੇ ਕੈਨੇਡਾ ਸਰਕਾਰ ਦੇ ਅੱਗੇ ਚੁੱਕਿਆ ਮੁੱਦਾ। ਅੱਜ ਤੋਂ ਸ਼ੁਰੂ ਹੋ ਰਿਹਾ ਪਾਰਲੀਮੈਂਟ ਦਾ ਇਜਲਾਸ। ਰਾਸ਼ਟਰਪਤੀ द्रौपदी मुर्मू ਕਰਨਗੇ ਸੰਬੋਧਨ। ਕੱਲ ਪੇਸ਼ ਹੋਵੇਗਾ ਦੇਸ਼ ਦਾ ਆਮ ਬਜਟ। ਬਜਟ ਤੋਂ ਪਹਿਲਾਂ ਹੋਈ ਸਰਬਦਲੀ ਬੈਠਕ। ਸਥਾਈ ਦਲਾਂ ਨੇ ਲਿਆ ਹਿੱਸਾ। ਅਕਾਲੀ ਦਲ ਨੇ ਐਮਐਸਪੀ ਕਮੇਟੀ ਨਵੇਂ ਸਿਰੇ ਤੋਂ ਬਣਾਉਣ ਦੀ ਕੀਤੀ ਮੰਗ। ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ ਦਾ ਇੰਦਰਾ ਸਰਕਾਰ ਤੇ ਵੱਡਾ ਬਿਆਨ। ਕਿਹਾ ਪਹਿਲਾਂ ਖੁਦ ਵਧਾਇਆ ਪਿੰਡਰਾਂਵਾਲੇ ਦਾ ਕੱਦ, ਬਾਅਦ 'ਚ ਖਤਮ ਕਰਨ ਦੇ ਦਿੱਤੇ ਹੁਕਮ, ਪਰ ਉਦੋਂ ਤੱਕ ਹੋ ਚੁੱਕੀ ਸੀ ਦੇਰ। ਵਿਜੀਲੈਂਸ ਐਕਸ਼ਨ। ਸਾਬਕਾ ਮੰਤਰੀ ਓਪੀ ਸੋਨੀ ਦੀ ਨਵੀਂ ਬਣ ਰਹੀ ਕੋਠੀ ਦੀ ਕੀਤੀ ਪੈਮਾਇਸ਼। ਫਰੀਦਕੋਟ ਦੇ ਵਿੱਚ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਤੋਂ ਕੀਤੀ ਪੁੱਛਗਿੱਛ। ਸੂਤਰਾਂ ਤੋਂ ਖਬਰ ਕਥਿਤ ਖੇਡ ਕਿੱਟ ਘੁਟਾਲੇ ਦਾ ਪ੍ਰਗਟ ਸਿੰਘ ਤੱਕ ਪਹੁੰਚੇਗਾ ਸਿੱਖ। ਮੰਤਰੀ ਕੁਲਦੀਪ ਧਾਲੀਵਾਲ ਦਾ ਕੇਂਦਰ ਸਰਕਾਰ ਤੇ ਵੱਡਾ ਇਲਜ਼ਾਮ। ਕਿਸਾਨ ਅੰਦੋਲਨ ਦੇ ਸਮਰਥਕ ਰਹੇ ਐਨਆਰਆਈਜ਼ ਨੂੰ ਕੀਤਾ ਜਾ ਰਿਹਾ ਪਰੇਸ਼ਾਨ। ਰੋਕੇ ਜਾ ਰਹੇ ਨੇ ਵੀਜ਼ੇ। ਕੇਂਦਰ ਕੋਲ ਚੁੱਕਾਂਗਾ ਮਸਲਾ। ਮਹਿਲਾ ਸ਼ਰਧਾਲੂ ਦੇ ਨਾਲ ਰੇਪ ਦੇ ਕੇਸ ਦੇ ਵਿੱਚ ਆਸਾਰਾਮ ਦੋਸ਼ੀ ਕਰਾਰ। ਅੱਜ ਗੁਜਰਾਤ ਦੇ ਗਾਂਧੀਨਗਰ ਦੀ ਸੈਸ਼ਨ ਕੋਰਟ ਸੁਣਾਏਗੀ ਸਜ਼ਾ। 2013 ਦੇ ਵਿੱਚ ਸੂਰਤ ਦੀਆਂ 2 ਭੈਣਾਂ ਨੇ ਲਗਾਏ ਸੀ ਰੇਪ ਦੇ ਇਲਜ਼ਾਮ। ਫਰੀਦਕੋਟ 'ਚ ਇੱਕ ਮੈਰਿਜ ਪੈਲੇਸ ਦੀ ਪਾਰਕਿੰਗ 'ਚ ਖੜੀ ਕਾਰ ਨੂੰ ਲੱਗੀ ਅੱਗ। ਮਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ। ਕਾਰ ਪੂਰੀ ਤਰ੍ਹਾਂ ਕੇ ਸੜ ਕੇ ਹੋਈ ਸਵਾਹ। ਤਾਂ ਨਿਊਜ਼ 18 ਦੇ ਮੰਚ ਤੇ ਅੱਜ ਜੁਟੇਗੀ ਪੰਜਾਬ ਕੈਬਨਿਟ। ਏਜੰਡਾ ਪੰਜਾਬ ਦੇ ਤਹਿਤ ਸੂਬੇ ਦੇ ਭਵਿੱਖ ਨੂੰ ਲੈ ਕੇ ਹੋਵੇਗੀ ਚਰਚਾ। ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਹੋਣਗੇ ਸਵਾਲ। ਸਵੇਰੇ 11:30 ਵਜੇ ਤੋਂ ਲਗਾਤਾਰ ਦੇਖੋ ਮਹਾ ਕਵਰੇਜ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਔਰ ਇਸ ਬੁਲੇਟਿਨ ਦੇ ਵਿੱਚ ਦੇਖਾਂਗੇ ਹਰ ਵੱਡੀ ਤੇ ਛੋਟੀ ਖਬਰ। ਤਾਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ। ਬ੍ਰੈਂਪਟਨ ਦੇ ਵਿੱਚ ਦੱਸੀ ਕਿ ਮੰਦਿਰ ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਨੇ। ਤਾਂ ਵੱਡੀ ਖਬਰ ਹੈ ਗੌਰੀ ਸ਼ੰਕਰ ਮੰਦਿਰ ਦੀ ਕੰਧ ਤੇ ਇਹ ਨਾਅਰੇ ਲਿਖੇ ਗਏ ਨੇ। ਦੱਸਦੇ ਕਿ ਭਾਰਤ ਨੇ ਕੈਨੇਡਾ ਸਰਕਾਰ ਦੇ ਅੱਗੇ ਆ ਮੁੱਦਾ ਚੁੱਕਿਆ ਹੈ ਤੇ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਜਦੋਂ ਕਿ ਕੈਨੇਡਾ 'ਚ ਮੰਦਿਰ ਤੇ ਨਿਸ਼ਾਨਾ ਬਣਾਇਆ ਗਿਆ ਹੈ। ਬ੍ਰੈਂਪਟਨ 'ਚ ਮੰਦਿਰ ਤੇ ਖਾਲਿਸਤਾਨੀ ਨਾਅਰੇ ਵੀ ਲਿਖੇ ਗਏ ਨੇ। ਪਿਛਲੇ ਦਿਨ ਹੀ ਖਬਰ ਆਈ ਸੀਗੀ ਗੁਰਜੋਤ, ਜਦੋਂ ਅਸੀਂ ਵੇਖਿਆ ਸੀਗਾ ਕਿ ਮੈਲਬਰਨ 'ਚ, ਆਸਟ੍ਰੇਲੀਆ ਦੇ ਮੈਲਬਰਨ 'ਚ 3 ਵਾਰ ਮੰਦਿਰਾਂ ਨੂੰ, ਵੱਖ-ਵੱਖ ਮੰਦਿਰਾਂ ਨੂੰ ਨਿਸ਼ਾਨਾ ਬਣਾਇਆ ਸੀਗਾ। ਤੇ ਹੁਣ ਤਾਜ਼ਾ ਖਬਰ ਕੈਨੇਡਾ ਤੋਂ ਹੈ। ਕੈਨੇਡਾ ਦੇ ਬ੍ਰੈਂਪਟਨ ਤੋਂ ਹੈ ਜਿੱਥੇ ਕਿ ਇੱਕ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਸ ਦੀ ਕੰਧਾਂ ਤੇ ਖਾਲਿਸਤਾਨੀ ਪੱਖੀ ਨਾਅਰੇ लिखे गए हैं। बिल्कुल शैलेंद्र वांगू मेरे सहयोगी फोन लाइन तेरे दिल्ली तो। शैलेंद्र, क्या कुछ आपके पास जानकारी, क्योंकि लगातार ऐसी खबरें सामने आ रही हैं, बेशक वो ऑस्ट्रेलिया हो या फिर अगर अभी कनाडा की बात की जाए तो। बिल्कुल, ये ताजा मामला जो है कनाडा से है और कनाडा के ब्रैम्पटन में जो गौरी शंकर मंदिर है वहां पर दीवारों पर भारत विरोधी नारे लिखे गए हैं। इस मामले को भारत ने बहुत गंभीरता से लिया है और भारत का जो कॉन्सुलेट है उसने इस पूरे मामले पर आपत्ति जताई है और ये कहा गया है कि भारत ने इस मामले को जो कनाडा सरकार है उसके साथ इस मामले को उठाया गया है, क्योंकि ये मामला जो वहां पर भारतीय समुदाय रह रहा है उसको डीपली हर्ट इस मामले ने किया है। और आपको बता दें कि खालिस्तानी लगातार इस तरह की गतिविधियां करते आ रहे हैं। अगर हम कनाडा की ही बात करें तो पिछले जुलाई से अभी तक करीब 3 ऐसे मामले हुए हैं। अगर हम ऑस्ट्रेलिया की बात करें तो इसी महीने 3 मामले ऐसे हुए हैं जहां पर मंदिरों पर इस तरह से भारत विरोधी नारे लिखे गए हैं। हालांकि इसके बाद हमने ये भी देखा कि ऑस्ट्रेलिया में जो भारतीय नागरिक हैं, जो भारतीय कम्युनिटी के लोग हैं, उन पर खालिस्तानियों ने हमला भी किया था। जी शैलेंद्र, ये भी जानना चाहेंगे कि वहां की पुलिस की तरफ से अभी तक कोई एक्शन लिया गया है? देखिए, फिलहाल पुलिस मामले की जांच कर रही है। इसी बीच कनाडा के जो मेयर है उन्होंने पैट्रिक ब्राउन, उन्होंने इस मामले पर शोक जताया है और कड़ी निंदा की है। उन्होंने कहा है कि इस मामले को वहां की पुलिस के साथ उठाया गया है और फिलहाल इस मामले की जांच चल रही है कि किस तरह से खालिस्तानी लगातार इस तरह के घटनाओं को अंजाम देते आ रहे हैं। जी ठीक है, बहुत बहुत शुक्रिया शैलेंद्र तमाम जानकारी के लिए। ਤਾਂ ਇਹ ਵੱਡਾ ਮਸਲਾ ਹੈ ਕਿ ਹੁਣ ਲਗਾਤਾਰ ਅਜਿਹੀਆਂ ਖਬਰਾਂ ਜਿਹੜੀਆਂ ਨੇ ਵਿਦੇਸ਼ਾਂ ਤੋਂ ਵੀ ਸਾਹਮਣੇ ਆ ਰਹੀਆਂ ਨੇ, ਜਦੋਂ ਭਾਰਤ ਵਿਰੋਧੀ ਨਾਰੇ, ਖਾਲਿਸਤਾਨ ਪੱਖੀ ਨਾਰੇ ਲਿਖੇ ਜਾਂਦੇ ਨੇ ਕੰਧਾਂ ਤੇ।
ਰੁਕਾਂਗੇ ਅਗਲੀ ਖਬਰ ਦਾ। ਅੱਜ ਤੋਂ ਪਾਰਲੀਮੈਂਟ ਦਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ। ਦੱਸਦੇ ਕਿ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਪਾਰਲੀਮੈਂਟ ਦਾ ਇਜਲਾਸ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਦਨ ਦੇ ਦੋਨੋਂ ਹਾਊਸਸ ਲੋਕ ਸਭਾ ਤੇ ਰਾਜ ਸਭਾ ਨੂੰ ਸੰਬੋਧਨ ਕਰਨਗੇ। ਦੱਸੀ ਕਿ ਕੱਲ ਦੇਸ਼ ਦਾ ਆਮ ਬਜਟ ਪੇਸ਼ ਹੋਏਗਾ। ਬਜਟ ਤੋਂ ਪਹਿਲਾਂ ਹੋਈ ਸਰਬਦਲੀ ਬੈਠਕ ਦੇ ਵਿੱਚ ਸਰਕਾਰ ਦੇ ਨੇ ਸਾਰੀਆਂ ਧਿਰਾਂ ਜਿਹੜੀਆਂ ਨੇ ਉਹਨਾਂ ਤੋਂ ਸਹਿਯੋਗ ਮੰਗਿਆ ਹੈ। ਅਕਾਲੀ ਦਲ ਨੇ ਐਮਐਸਪੀ ਕਮੇਟੀ ਦਾ ਮੁੱਦਾ ਚੁੱਕਿਆ ਹੈ ਤਾਂ ਐਮਐਸਪੀ ਕਮੇਟੀ ਦੁਬਾਰਾ ਬਣਾਉਣ ਦੀ ਮੰਗ ਕੀਤੀ ਗਈ ਹੈ। ਦੱਸਦੇ ਕਿ ਅੱਜ ਤੋਂ ਪਾਰਲੀਮੈਂਟ ਦਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਦਨ ਦੇ ਦੋਨੋਂ ਹਾਊਸਸ ਨੂੰ ਸੰਬੋਧਨ ਕਰਨਗੇ। ਦੱਸਦੇ ਕਿ 2021 ਤੋਂ ਜੋ ਬਜਟ ਹੈ ਉਹ ਪੇਪਰਲੈਸ ਕਰ ਦਿੱਤਾ ਗਿਆ ਸੀਗਾ ਕੋਰੋਨਾ ਦੇ ਚੱਲਦੇ ਤਾਂ ਕਿ ਫਿਜ਼ੀਕਲ ਕੰਟੈਕਟ ਘੱਟ ਹੋਏ ਤੇ ਅੱਜ ਜੋ ਬਜਟ ਹੈ ਵੈਬਸਾਈਟ ਤੇ ਦੇਖਿਆ ਜਾ ਸਕਦਾ ਹੈ ਤੇ ਐਪ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਤੇ ਦੱਸ ਦਈਏ ਕਿ ਜੋ ਖਜ਼ਾਨਾ ਮੰਤਰੀ ਨੇ ਭਾਰਤ ਦੇ ਨਿਰਮਲਾ ਸੀਤਾਰਮਨ ਉਹਨਾਂ ਦੇ ਵੱਲੋਂ ਅੱਜ ਬਜਟ ਹੈ ਉਹ ਪੇਸ਼ ਕੀਤਾ ਜਾਏਗਾ। ਤਾਂ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਔਰ ਅੱਜ ਤੋਂ ਪਾਰਲੀਮੈਂਟ ਇਜਲਾਸ ਜਿਹੜਾ ਹੈ ਉਹ ਸ਼ੁਰੂ ਹੋ ਰਿਹਾ ਹੈ। ਕੱਲ ਨੂੰ 1 ਫਰਵਰੀ ਦਾ ਦਿਨ ਪੱਕਾ ਹੀ ਤੈਅ ਕੀਤਾ ਹੋਇਆ ਤਾਂ बजट पेश किया जाना है। प्रधानमंत्री जी ने वादा किया था किसानों को कि एक कमेटी का गठन किया जाएगा जिसका काम होगा कि एमएसपी को एक स्टैट्यूटरी लीगल राइट बनाया जाए। अभी भी कमेटी ऐसी बनाई है जो एक तरफा उन लोगों की है जिन्होंने ये काले कानूनों का उन्होंने पुरजोर इसकी सपोर्ट करी थी और इसीलिए किसान मोर्चा उसका हिस्सा नहीं बना है। तो ये आपकी नीयत साफ है। एक तो आपने स्टैट्यूटरी राइट को डाइल्यूट करके ट्रांसपेरेंट कर दिया है उसको भी, तो मैंने चिट्ठी भी लिखी है और मैंने आज भी कि उस कमेटी को रद्द करिए और ट्रू लेटर एंड स्पिरिट में आप उसको गठन करिए। किसानों के साथ धोखा मत कीजिए। There is absolutely no issue as far as discussing any issue under the rules and procedures permitted by the chair. Overall, in a good atmosphere, meeting went on well, and I seek the cooperation of all the opposition. And since government is ready for any discussion, I seek the cooperation for run the house smoothly. ਤਾਂ ਕਿਹਾ ਜਾ ਰਿਹਾ ਹੈ ਕਿ ਗਵਰਨਮੈਂਟ ਜਿਹੜੀ ਹੈ ਉਹ ਕਿਸੇ ਵੀ ਡਿਸਕਸ਼ਨ ਦੇ ਲਈ ਤਿਆਰ ਹੈ ਤਾਂ ਸਿੱਧੇ ਤੌਰ ਤੇ ਕੱਲ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਸਭ ਨੂੰ ਉਮੀਦਾਂ ਨੇ। ਸਭ ਜੋ ਜ਼ਿਕਰ ਕੀਤਾ ਜਾਵੇ ਕਿਸਾਨਾਂ ਦੀ ਗੱਲ ਕਰੀਏ ਐਗਰੀਕਲਚਰ ਦੇ ਵਿੱਚ ਤਾਂ ਸਿੱਧੇ ਤੌਰ ਤੇ ਕਿਸ ਤਰੀਕੇ ਦੇ ਨਾਲ ਬਜਟ ਵਿੱਚ ਹੋਏਗਾ ਜੋ ਕੁਝ ਹੋਏਗਾ ਤਾਂ ਉਸ ਨੂੰ ਲੈ ਕੇ ਆਸ ਹੈ। ਇੰਡਸਟਰੀਅਲਿਸਟ ਜਿਹੜੇ ਨੇ ਉਹ ਵੀ ਦੇਖ ਰਹੇ ਨੇ ਕਿ ਉਮੀਦਾਂ ਕੀ ਨੇ ਔਰ ਇਸ ਤੋਂ ਇਲਾਵਾ ਜੇਕਰ ਅਸੀਂ ਮਹਿਲਾਵਾਂ ਦਾ ਖਾਸ ਤੌਰ ਤੇ ਜ਼ਿਕਰ ਕਰੀਏ ਤਾਂ ਹਮੇਸ਼ਾ ਜ਼ਿਕਰ ਕਰਦੀਆਂ ਨੇ ਕਿ ਬਜਟ ਦੇ ਵਿੱਚ ਕੁਝ ਅਜਿਹਾ ਹੋਵੇ ਜਿਸ ਤੋਂ ਸਾਨੂੰ ਵੀ ਕੋਈ ਥੋੜੀ ਰਾਹਤ ਮਿਲੇ। ਤਾਂ ਵੱਖ-ਵੱਖ ਜਿਹੜੇ ਵਿਭਾਗਾਂ ਦੇ ਲੋਕ ਨੇ ਉਹ ਕੀ ਕੁਝ ਸੋਚ ਰਹੇ ਨੇ ਕੀ ਕੁਝ ਉਮੀਦਾਂ ਨੇ ਉਹਨਾਂ ਨੂੰ ਕੱਲ ਪੇਸ਼ ਹੋਣ ਵਾਲੇ ਬਜਟ ਤੋਂ ਇਹ ਜ਼ਰੂਰ सुनते हैं। मुझे लगता है कि इस बजट में वित्त मंत्री जी को चाहिए कि एक नई रूपरेखा खेती की हमें बताएं कि भी आने वाले दिनों में देश में खेती को और साथ में किसानी को कैसे ऊपर उठाया जा सके। और ये भी इंटरेस्टिंग है क्योंकि ये इलेक्शन से पहले लास्ट बजट है, फुल फ्लेज्ड बजट है, तो मुझे लगता है कि ये हमने हर बार देखा ही है कि सरकारों को आम जनता की जो एक ज़रूरत है या आम जनता के बारे में सरकारें तभी सोचती हैं जब इलेक्शन आ जाती है। तो इस बार अपेक्षा है कि किसानों के ऊपर या एग्रीकल्चर पे काफ़ी फोकस होगा। इसलिए दो चीज़ें करने की ज़रूरत है। एक तो किसानों को गारंटेड इनकम किस तरीके से मिले और दूसरा है कि एक एग्रीकल्चर जो है केमिकल से नॉन केमिकल की तरफ किस तरीके से बढ़े। ਅਸੀਂ ਉਮੀਦ ਕਰਦੇ ਹਾਂ ਕਿ ਬੀਜੇਪੀ ਸਰਕਾਰ ਕਿਸਾਨਾਂ ਦੇ ਲਈ ਹਾਂ ਪੱਖੀ ਬਜਟ ਪੇਸ਼ ਕਰੂਗੀ ਔਰ ਐਮਐਸਪੀ ਨੂੰ ਲੈ ਕੇ ਜੋ ਗਰੰਟੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੀ ਉਸ ਨੂੰ ਪੂਰਾ ਕਰੇਗੀ। ਸਭ ਤੋਂ ਪਹਿਲੀ ਉਮੀਦ ਲੇਡੀਜ਼ ਨੂੰ ਇਹ ਹੈ ਕਿ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ ਉਹਨਾਂ ਤੇ ਜੀਐਸਟੀ ਘਟਾਇਆ ਜਾਵੇ ਕਿਉਂਕਿ ਇਹ ਕੁਝ ਆਈਟਮਸ ਇਹੋ ਜਿਹੀਆਂ ਨੇ ਕਿ ਜਿਹੜੀਆਂ ਕਿ ਨੈਸੈਸਰੀ ਹੁੰਦੀਆਂ ਨੇ ਜਿਨ੍ਹਾਂ ਤੇ ਆਪਾਂ ਜੀਐਸਟੀ ਲਗਾ ਕੇ ਉਹਨਾਂ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਹੋਰ ਵੀ ਜ਼ਿਆਦਾ ਦੂਰ ਕਰ ਦਿੱਤਾ। ਜਿਵੇਂ ਆਪਾਂ ਆਟੇ ਦੀ ਗੱਲ ਕਰ ਸਕਦੇ ਹਾਂ, ਆਪਾਂ ਡੇਅਰੀ ਪ੍ਰੋਡਕਟਸ ਦੀ ਗੱਲ ਕਰ ਸਕਦੇ ਹਾਂ। ਬਜਟ ਦੇ ਵਿੱਚ ਜਿਹੜਾ ਐਜੂਕੇਸ਼ਨ ਹੈ ਖਾਸ ਤੌਰ ਤੇ ਜਿਹੜੀ ਲੜਕੀਆਂ ਦੀ ਐਜੂਕੇਸ਼ਨ ਹੈ ਉਹਦੇ ਵਿੱਚ ਕੁਝ ਵਾਧਾ ਕੀਤਾ ਜਾਵੇ ਉਹਨਾਂ ਦੇ ਬਜਟ ਲਈ ਤਾਂ ਕਿ ਲੜਕੀਆਂ ਜਿਹੜੀਆਂ ਹੈਗੀਆਂ ਉਹ ਵੀ ਉਹਨਾਂ ਨੂੰ ਵੀ ਬਰਾਬਰ ਪੜ੍ਹਾਈ ਦਾ ਹੱਕ ਮਿਲ ਸਕੇ ਤੇ ਫਾਈਨੈਂਸ਼ੀਅਲ ਪ੍ਰੋਬਲਮਸ ਕਰਕੇ ਉਹ ਪੜ੍ਹਾਈ ਤੋਂ ਵਾਂਝੀਆਂ ਨਾ ਰਹਿ ਜਾਣ। ਮੈਂ ਇਹ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਕਿ ਹਰ ਗਲੀ ਤੇ ਹਰ ਮਹੱਲੇ ਦੇ ਵਿੱਚ ਪਹਿਲਾਂ ਤਾਂ ਠੇਕਿਆਂ ਨੂੰ ਬੰਦ ਕੀਤਾ ਜਾਵੇ ਐਂਡ ਸੈਕੰਡਲੀ ਲੇਡੀਜ਼ ਦੀ ਜਿਹੜੀ ਸੁਰੱਖਿਆ ਹੈ ਜਿਵੇਂ ਫੋਰਨ ਦੇ ਵਿੱਚ ਕੁੜੀਆਂ ਲੇਡੀਜ਼ ਆਰਾਮ ਆਜ਼ਾਦੀ ਨਾਲ ਘੁੰਮ ਸਕਦੀਆਂ ਦਿਨ ਰਾਤ ਕੰਮ ਕਰ ਸਕਦੀਆਂ ਤਾਂ ਨੈਚੁਰਲੀ ਉਹਨਾਂ ਨੂੰ ਇਹ ਸੁਵਿਧਾ ਮਿਲੇ ਤਾਂ ਮੈਨੂੰ ਲੱਗਦਾ ਹੈ ਬਹੁਤ ਅੱਛਾ ਹੈ ਕਿ ਉਹਨਾਂ ਨੂੰ ਇੰਡੀਪੈਂਡੈਂਸੀ 'ਚ ਜ਼ਿਆਦਾ ਸਪੋਰਟ ਮਿਲੇਗੀ। ਐਂਡ ਸੈਕਿੰਡ ਮੈਂ ਚਾਹੁੰਦੀ ਹਾਂ ਕਿ ਜਿਹੜੀਆਂ ਹਾਊਸ ਵਾਈਫ ਹੈ ਕਿਸੇ ਮਜਬੂਰੀ ਕਰਕੇ ਬੱਚਿਆਂ ਦੀ ਸਟੱਡੀ ਕਰਕੇ ਕਿਸੇ ਵਟਐਵਰ ਕਿਸੇ ਵੀ ਰੀਜ਼ਨ ਕਰਕੇ ਘਰੇ ਹੈ ਤਾਂ ਉਹਨਾਂ ਨੂੰ ਕੁਝ ਛੋਟੇ ਲਘੂ ਉਦਯੋਗ ਜਾਂ ਜੋ ਵੀ ਉਹਨਾਂ 'ਚ ਕੈਪੇਬਿਲਿਟੀ ਹੈ ਉਹਦੇ ਅਕੋਰਡਿੰਗ ਉਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਦਾ ਸਾਧਨ ਦਿੱਤਾ ਜਾਵੇ।
ਜਿਹੜੀ ਸਾਡੀਆਂ ਬਾਰਡਰ ਸਟੇਟਸ ਹੈ ਉਹਦੇ ਵਿੱਚ ਜਿਹੜੇ ਬਾਰਡਰ ਸਟੇਟਸ ਦੇ ਜਿਹੜੇ ਇਨਹੈਬੀਟੈਂਟਸ ਹੈ ਉਹਨਾਂ ਦੀ ਕੋਈ ਕੰਡੀਸ਼ਨ ਜ਼ਿਆਦਾ ਵਧੀਆ ਨਹੀਂ, ਨਾ ਤਾਂ ਉੱਥੇ ਰੋਜ਼ਗਾਰ ਹੈ ਨਾ ਉੱਥੇ ਕੋਈ ਇੰਡਸਟਰੀ ਹੈ। ਜੋ ਪੈਕੇਜ ਜੰਮੂ ਕਸ਼ਮੀਰ ਨੂੰ ਦਿੱਤਾ ਗਿਆ ਸੀ ਉਹ ਸਾਡੀਆਂ ਬਾਰਡਰ ਸਟੇਟਸ ਨੂੰ ਦੇਣਾ ਚਾਹੀਦਾ। ਬਾਈਸਾਈਕਲ ਇੰਡਸਟਰੀ ਦੀ ਪਰਚੇਜ਼ ਰॉ ਮਟੀਰੀਅਲ 18% ਤੇ, ਸੇਲ 12% ਤੇ, GST ਰਿਫੰਡ 'ਚ ਪੈਸੇ ਦਿੱਤੇ। ਕੀ ਜਾਇਜ਼ ਹੈ ਗਰੀਬ ਜਿਹਦੇ ਕੋਲ ਹੋਰ ਕੋਈ ਵੀ ਸਾਧਨ ਨਹੀਂ ਚੱਲਣ ਦਾ, ਕੋਈ ਸਾਧਨ ਨਹੀਂ ਚੱਲ ਕੇ ਜਾਣ ਦਾ, ਕੋਈ ਸਾਧਨ ਨਹੀਂ ਬੱਚਿਆਂ ਨੂੰ ਸਕੂਲ ਜਾਣ ਦਾ, ਕੋਈ ਸਾਧਨ ਨਹੀਂ ਅਖਬਾਰ ਵੇਚਣ ਦਾ, ਕੋਈ ਸਾਧਨ ਨਹੀਂ ਦੁੱਧ ਲੈ ਕੇ ਜਾਣ ਦਾ, ਉਹ ਸਵਾਰੀ ਦੇ ਉੱਪਰ ਤੁਸੀਂ 12% ਟੈਕਸ ਲੈ ਰਹੇ ਹੋ। ਬਹੁਤ ਮੋٹے ਟੈਕਸ ਤੁਹਾਨੂੰ ਆ ਸਕਦੇ ਨੇ। ਕਿਰਪਾ ਕਰਕੇ ਇਸ ਗਰੀਬ ਦੀ ਸਵਾਰੀ ਨੂੰ ਜਾਂ ਤੇ ਟੈਕਸ ਮੁਕਤ ਕਰੋ, ਨਹੀਂ ਤੇ ਸਾਡੀ ਸੇਲ ਤੇ ਪਰਚੇਜ਼ ਦੋਨੋਂ ਦਾ GST 5% ਕਰ ਦਿਓ। ਅਸੀਂ ਸਰਕਾਰ ਤੋਂ ਇਹੀ ਚਾਹੁੰਦੇ ਹਾਂ ਕਿ ਸਾਡੇ ਸਟੀਲ ਦੇ ਉੱਪਰ ਇਸ ਟਾਈਮ 18% GST ਹੈ। ਅਗਰ ਸਰਕਾਰ ਇਸ ਨੂੰ ਰੇਟ ਰਿਡਿਊਸ ਕਰ ਦਿੰਦੀ ਹੈ ਤਾਂ ਉਸ ਦਾ ਬੈਨੀਫਿਟ ਸਟੀਲ ਇੰਡਸਟਰੀ ਨੂੰ ਬਹੁਤ ਜ਼ਿਆਦਾ ਮਿਲੇਗਾ। ਸੈਕੰਡਲੀ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਸਾਨੂੰ ਇੱਕ ਪੈਕੇਜ ਮਿਲਣਾ ਚਾਹੀਦਾ ਹੈ ਕਿ ਜਿਹੜਾ ਇੰਪੋਰਟ ਦੇ ਉੱਪਰ ਡਿਊਟੀ ਹੈਗੀ ਹੈ, ਅੱਜ ਇੰਪੋਰਟ ਸਾਡੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਹੈ, ਸਟੀਲ ਦਾ ਇੰਪੋਰਟ ਬਹੁਤ ਜ਼ਿਆਦਾ ਹੈ। ਅਗਰ ਸਰਕਾਰ ਉਹਦੇ ਉੱਪਰ ਇੰਪੋਰਟ ਡਿਊਟੀ ਲਗਾ ਦਿੰਦੀ ਹੈ ਤੇ ਉਹਦੇ ਉੱਪਰ ਅਗਰ ਇੰਪੋਰਟਸ ਰੁਕ ਜਾਂਦਾ ਹੈ ਤਾਂ ਉਹਦਾ ਬੈਨੀਫਿਟਸ ਮਤਲਬ ਲੋਕਲ ਇੰਡਸਟਰੀ ਨੂੰ, ਸਾਡੇ ਸੈਕੰਡਰੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਮਿਲੇਗਾ ਸਾਨੂੰ ਉਸ ਚੀਜ਼ ਦਾ।